ਬਰਮੂਡਾ ਟ੍ਰਾਇੰਗਲ, ਇਹ ਨਾ ਸੁਣਦਿਆਂ ਹੀ ਦਿਮਾਗ 'ਚ ਕੀ ਆਂਦਾ ਹੈ? ਗੁੰਮ ਹੋਏ ਜਹਾਜ਼, ਟੁੱਟੇ ਹੋਏ ਕੰਪਾਸ, ਅਜੀਬੋ-ਗਰੀਬ ਘਟਨਾਵਾਂ, ਹੈ ਨਾ? ਪਰ ਇਸ ਸਾਰੀ ਕਹਾਣੀ ਪਿੱਛੇ ਸੱਚਾਈ ਕੀ ਹੈ? ਕੀ ਇਹ ਸੱਚਮੁੱਚ ਕੋਈ ਰਹੱਸਮਈ ਥਾਂ ਹੈ? ਚਲੋ ਅੱਜ ਇਸੇ ਗੱਲ ਦਾ ਪਤਾ ਲਾਉਂਦੇ ਹਾਂ। ਸੋ ਸਭ ਕੁਝ ਇੱਥੋਂ ਸ਼ੁਰੂ ਹੋਇਆ ਸਾਲ 1964, ਜਦੋਂ ਵਿੰਸੈਂਟ ਗੈਡਿਸ ਨੇ ਲਿਖਿਆ ਕਿ ਇਹ ਇੱਕ ਅਜਿਹਾ ਤਿਕੋਣਾ ਖੇਤਰ ਹੈ ਜਿਸ ਨੇ ਸੈਂਕੜੇ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਨੂੰ ਬਿਨਾਂ ਕਿਸੇ ਨਿਸ਼ਾਨ ਦੇ ਤਬਾਹ ਕਰ ਦਿੱਤਾ ਹੈ। ਸੋਚ ਕੇ ਦੇਖੋ, ਇੱਕ ਐਸੀ ਥਾਂ ਜੋ ਜਹਾਜ਼ਾਂ ਨੂੰ ਇੰਜ ਨਿਗਲ ਜਾਂਦੀ ਹੈ ਜਿਵੇਂ ਉਹ ਕਦੇ ਸੀ ਨਹੀਂ। ਬਸ ਇਸੇ ਇੱਕ ਲਾਈਨ ਨੇ ਇੱਕ ਐਸੇ ਰਹੱਸ ਨੂੰ ਜਨਮ ਦਿੱਤਾ ਜੋ ਅੱਜ ਤੱਕ ਲੋਕਾਂ ਦੇ ਦਿਮਾਗ 'ਚ ਵਸਿਆ ਹੋਇਆ ਹੈ। ਅੱਜ ਅਸੀਂ ਇਸ ਮਾਮਲੇ ਦੀ ਤਹਿ ਤੱਕ ਚਾਹਾਂਗੇ। ਪਹਿਲਾਂ ਦੇਖਾਂਗੇ ਕਿ ਇਹ ਕਹਾਣੀ ਸ਼ੁਰੂ ਕਿੱਥੋਂ ਹੋਈ, ਫਿਰ ਕੁਝ ਮਸ਼ਹੂਰ ਘਟਨਾਵਾਂ ਤੇ ਨਜ਼ਰ ਮਾਰਾਂਗੇ, ਉਸ ਤੋਂ ਬਾਅਦ ਸਬੂਤਾਂ ਨੂੰ ਪਰਖਾਂਗੇ ਅਤੇ ਅੰਤ 'ਚ ਦੇਖਾਂਗੇ ਕਿ ਇਹ ਰਹੱਸ ਅਸਲ 'ਚ ਰਹੱਸ ਹੈ ਵੀ ਜਾਂ ਨਹੀਂ। ਚਲੋ ਸ਼ੁਰੂ ਕਰਦੇ ਹਾਂ ਪਹਿਲੇ ਹਿੱਸੇ ਨਾਲ। ਆਖਿਰ ਸਮੁੰਦਰ ਦਾ ਇੱਕ ਆਮ ਜਿਹਾ ਟੁਕੜਾ ਦੁਨੀਆ ਭਰ ਵਿੱਚ ਇੱਕ ਸਨਸਨੀ ਕਿਵੇਂ ਬਣ ਗਿਆ? ਕਿਵੇਂ ਸਮੁੰਦਰੀ ਕਹਾਣੀਆਂ ਇੱਕ ਗਲੋਬਲ ਮਿਥ ਬਣ ਗਈਆਂ? ਸਭ ਤੋਂ ਪਹਿਲਾਂ ਆਓ ਦੇਖੀਏ ਕਿ ਇਹ ਜਗ੍ਹਾ ਹੈ ਕਿੱਥੇ। ਮੋਟੇ ਤੌਰ ਤੇ ਇਹ ਬਰਮੂਡਾ, ਪੋਰਟੋ ਰੀਕੋ ਅਤੇ ਮਿਆਮੀ, ਫਲੋਰੀਡਾ ਦੇ ਵਿਚਕਾਰ ਦਾ ਇਲਾਕਾ ਹੈ। ਪਰ ਮਜ਼ੇ ਦੀ ਗੱਲ ਇਹ ਹੈ ਕਿ ਇਸ ਦੀ ਕੋਈ ਪੱਕੀ ਹੱਦ ਨਹੀਂ ਹੈ। ਕੋਈ ਇਸ ਨੂੰ 5 ਲੱਖ ਵਰਗ ਮੀਲ ਦਾ ਦੱਸਦਾ ਹੈ ਤੇ ਕੋਈ 15 ਲੱਖ ਦਾ, ਮਤਲਬ ਜਿੰਨੇ ਮੂੰਹ ਓਨੀਆਂ ਗੱਲਾਂ। ਅਤੇ ਇੱਥੇ ਇੱਕ ਬਹੁਤ ਹੀ ਦਿਲਚਸਪ ਗੱਲ ਸਾਹਮਣੇ ਆਉਂਦੀ ਹੈ। ਭਾਵੇਂ ਇਹ ਕਿੰਨਾ ਵੀ ਮਸ਼ਹੂਰ ਹੋਵੇ, ਦੁਨੀਆ ਦਾ ਕੋਈ ਵੀ ਸਰਕਾਰੀ ਨਕਸ਼ਾ ਇਸ ਨੂੰ ਨਹੀਂ ਮੰਨਦਾ। ਹਾਂ, ਯੂਐਸ ਬੋਰਡ ਔਨ ਜੀਓਗ੍ਰਾਫਿਕ ਨੇਮਸ ਵਰਗੀਆਂ ਵੱਡੀਆਂ ਸੰਸਥਾਵਾਂ ਕਹਿੰਦੀਆਂ ਹਨ ਕਿ ਬਰਮੂਡਾ ਟ੍ਰਾਇੰਗਲ ਨਾਂ ਦੀ ਕੋਈ ਅਧਿਕਾਰਿਤ ਜਗ੍ਹਾ ਹੈ ਹੀ ਨਹੀਂ। ਕਈ ਲੋਕ ਸੋਚਦੇ ਹਨ ਕਿ ਇਹ ਸਦੀਆਂ ਪੁਰਾਣੀ ਕਹਾਣੀ ਹੋਵੇਗੀ, ਪਰ ਅਸਲ ਵਿੱਚ ਇਹ ਕਾਫੀ ਨਵੀਂ ਹੈ। ਇਹ ਨਾਮ ਬਰਮੂਡਾ ਟ੍ਰਾਇੰਗਲ 1964 ਵਿੱਚ ਵਿੰਸੈਂਟ ਗੈਡਿਸ ਨੇ ਦਿੱਤਾ ਸੀ। ਪਰ ਅਸਲੀ ਧਮਾਕਾ ਹੋਇਆ 1974 ਵਿੱਚ, ਜਦੋਂ ਚਾਰਲਸ ਬਰਲਿਟਜ਼ ਨੇ ਇੱਕ ਕਿਤਾਬ ਲਿਖੀ। ਪਤਾ ਹੈ ਉਸਦੀਆਂ ਕਿੰਨੀਆਂ ਕਾਪੀਆਂ ਵਿਕੀਆਂ? ਪੂਰੇ 2 ਕਰੋੜ। ਬਸ ਫਿਰ ਕੀ ਸੀ? ਇਹ ਰਹੱਸ ਕਰ ਪਹੁੰਚ ਗਿਆ। ਚਲੋ ਹੁਣ ਗੱਲ ਕਰਦੇ ਹਾਂ ਉਹਨਾਂ ਬਦਨਾਮ ਘਟਨਾਵਾਂ ਦੀ ਜਿਨ੍ਹਾਂ ਕਰਕੇ ਇਸ ਥਾਂ ਦਾ ਨਾਂ ਇੰਨਾ ਡਰਾਉਣਾ ਬਣ ਗਿਆ। ਆਖਿਰ ਉਹ ਕਿਹੜੀਆਂ ਕਹਾਣੀਆਂ ਸਨ ਜਿਨ੍ਹਾਂ ਨੇ ਇਸ ਮਿਥ ਨੂੰ ਜਨਮ ਦਿੱਤਾ? ਦੇਖੋ, ਕੁਝ ਵੱਡੀਆਂ ਘਟਨਾਵਾਂ ਨੂੰ ਸਮੇਂ-ਸਮੇਂ ਤੇ ਇਸ ਮਿਥ ਨਾਲ ਜੋੜਿਆ ਗਿਆ ਹੈ। ਜਿਵੇਂ ਕਿ 1918 ਵਿੱਚ USS ਸਾਈਕਲੋਪਸ ਨਾਂ ਦਾ ਇੱਕ ਨੇਵੀ ਦਾ ਜਹਾਜ਼ 306 ਲੋਕਾਂ ਸਮੇਤ ਗਾਇਬ ਹੋ ਗਿਆ, ਕੋਈ ਸੁਰਾਗ ਨਹੀਂ। ਫਿਰ 1945 'ਚ ਇੱਕ ਹੋਰ ਵੱਡੀ ਘਟਨਾ ਹੋਈ। ਫਲਾਈਟ 19 ਨੇਵੀ ਦੇ 5 ਬੰਬਰ ਜਹਾਜ਼ ਇੱਕ ਸਿਖਲਾਈ ਮਿਸ਼ਨ ਦੌਰਾਨ ਗਾਇਬ ਹੋ ਗਏ। ਅਤੇ ਫਿਰ 1974 'ਚ ਚਾਰਲਸ ਬਰਲਿਟਜ਼ ਦੀ ਕਿਤਾਬ ਨੇ ਇਹਨਾਂ ਸਭ ਨੂੰ ਐਟਲਾਂਟਿਸ ਦੇ ਗੁਆਚੇ ਸ਼ਹਿਰ ਨਾਲ ਜੋੜ ਕੇ ਕਹਾਣੀ ਨੂੰ ਇੱਕ ਨਵਾਂ ਹੀ ਮੋੜ ਦਿੱਤਾ। ਅਤੇ ਜਿੰਨੀਆਂ ਵੀ ਕਹਾਣੀਆਂ ਹਨ, ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਫਲਾਈਟ 19 ਦੀ। ਇਹ ਉਹ 5 ਨੇਵੀ ਬੰਬਾਰ ਜਹਾਜ਼ ਸਨ ਜੋ 5 ਦਸੰਬਰ 1945 ਨੂੰ ਇੱਕ ਰੂਟੀਨ ਸਿਖਲਾਈ ਉਡਾਣ ਤੇ ਗਏ ਅਤੇ ਕਦੇ ਵਾਪਸ ਨਹੀਂ ਆਏ। ਅਤੇ ਇਸ ਕਹਾਣੀ ਵਿੱਚ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ ਖੁਦ ਨੇਵੀ ਦੀ ਰਿਪੋਰਟ ਨੇ। ਉਹਨਾਂ ਦੀ ਸਰਕਾਰੀ ਰਿਪੋਰਟ ਵਿੱਚ ਕੀ ਲਿਖਿਆ ਸੀ? ਕਾਰਨ ਅਣਜਾਣ। ਅਤੇ ਨਾਲ ਹੀ ਇੱਕ ਬਹੁਤ ਹੀ ਅਜੀਬ ਗੱਲ ਲਿਖੀ ਕਿ ਇਹ ਇੰਜ ਸੀ ਜਿਵੇਂ ਉਹ ਮੰਗਲ ਗ੍ਰਹਿ ਤੇ ਉੱਡ ਗਏ ਹੋਣ। ਹੁਣ ਜਦੋਂ ਨੇਵੀ ਖੁਦ ਅਜਿਹੀ ਗੱਲ ਕਹੇਗੀ ਤਾਂ ਲੋਕਾਂ ਨੇ ਤਾਂ ਵਿਸ਼ਵਾਸ ਕਰਨਾ ਹੀ ਸੀ। ਬਸ ਫਿਰ ਕੀ ਸੀ? ਜਦੋਂ ਸਰਕਾਰੀ ਤੌਰ ਤੇ ਕੋਈ ਜਵਾਬ ਨਾ ਮਿਲਿਆ ਤਾਂ ਲੋਕਾਂ ਦੀ ਕਲਪਨਾ ਨੇ ਉਡਾਰੀ ਭਰੀ ਕਿ ਉਹਨਾਂ ਨੂੰ ਏਲੀਅਨ ਚੁੱਕ ਕੇ ਲੈ ਗਏ ਜਾਂ ਕਿ ਉਹ ਕਿਸੇ ਦੂਜੇ ਡਾਇਮੈਂਸ਼ਨ ਵਿੱਚ ਚਲੇ ਗਏ। ਕੁਝ ਕਹਿੰਦੇ ਸੀ ਕਿ ਐਟਲਾਂਟਿਸ ਸ਼ਹਿਰ ਦੀਆਂ ਊਰਜਾ ਕਿਰਨਾਂ ਦਾ ਕਮਾਲ ਹੈ ਤੇ ਕੁਝ ਤਾਂ ਸਮੁੰਦਰੀ ਦੈਂਤਾਂ ਦੀ ਗੱਲ ਵੀ ਕਰਦੇ ਸਨ। ਮਤਲਬ ਜਿੰਨੀਆਂ ਕਲਪਨਾਵਾਂ ਹੋ ਸਕਦੀਆਂ ਸਨ, ਸਾਰੀਆਂ ਇਸ ਕਹਾਣੀ ਨਾਲ ਜੁੜ ਗਈਆਂ। ਇਹ ਸਭ ਸੁਣਨ 'ਚ ਬਹੁਤ ਰੋਮਾਂਚਕ ਲੱਗਦਾ ਹੈ ਨਾ? ਪਰ ਕੀ ਹੁੰਦਾ ਹੈ ਜਦੋਂ ਅਸੀਂ ਇਹਨਾਂ ਕਹਾਣੀਆਂ ਨੂੰ ਇੱਕ ਪਾਸੇ ਰੱਖ ਕੇ ਸਿਰਫ ਸਬੂਤਾਂ ਤੇ ਧਿਆਨ ਦਿੰਦੇ ਹਾਂ? ਚਲੋ ਹੁਣ ਤੱਥਾਂ ਅਤੇ ਕਲਪਨਾ ਨੂੰ ਵੱਖ-ਵੱਖ ਕਰਕੇ ਦੇਖਦੇ ਹਾਂ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਇਹ ਸੱਚਮੁੱਚ ਦੁਨੀਆ ਦਾ ਸਭ ਤੋਂ ਖਤਰਨਾਕ ਸਮੁੰਦਰੀ ਇਲਾਕਾ ਹੈ? ਇਹ ਉਹ ਸਵਾਲ ਹੈ ਜਿਸ ਦਾ ਜਵਾਬ ਸਿਰਫ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਨਹੀਂ, ਬਲਕਿ ਜਾਂਚਕਰਤਾਵਾਂ ਅਤੇ ਬੀਮਾ ਕੰਪਨੀਆਂ ਵਰਗੇ ਲੋਕਾਂ ਨੂੰ ਵੀ ਦੇਣਾ ਪਿਆ ਹੈ, ਜਿਨ੍ਹਾਂ ਦਾ ਕੰਮ ਜੋਖਿਮ ਦਾ ਹਿਸਾਬ ਲਗਾਉਣਾ ਹੈ। ਜਦੋਂ ਅਸੀਂ ਕਹਾਣੀਆਂ ਨੂੰ ਅਸਲੀਅਤ ਨਾਲ ਮਿਲਾ ਕੇ ਦੇਖਦੇ ਹਾਂ ਤਾਂ ਤਸਵੀਰ ਇੱਕਦਮ ਬਦਲ ਜਾਂਦੀ ਹੈ। ਦੇਖੋ, ਇੱਕ ਪਾਸੇ ਕਹਾਣੀਆਂ ਹਨ ਅਲੌਕਿਕ ਸ਼ਕਤੀਆਂ ਦੀਆਂ, ਦੂਜੇ ਪਾਸੇ ਅਸਲੀਅਤ ਹੈ ਬਹੁਤ ਜ਼ਿਆਦਾ ਟ੍ਰੈਫਿਕ ਦੀ। ਇੱਕ ਪਾਸੇ ਗੱਲ ਹੁੰਦੀ ਹੈ ਅਣਸੁਲਝੀਆਂ ਘਟਨਾਵਾਂ ਦੀ, ਦੂਜੇ ਪਾਸੇ ਸੱਚਾਈ ਹੈ ਬਹੁਤ ਖਰਾਬ ਮੌਸਮ ਦੀ। ਕਹਾਣੀਆਂ ਇਸ ਨੂੰ ਇੱਕ ਰਹੱਸਮਈ ਭੰਵਰ ਦੱਸਦੀਆਂ ਹਨ, ਪਰ ਅਸਲੀਅਤ ਇਹ ਹੈ ਕਿ ਇਹ ਸਿਰਫ ਵਧਾ ਚੜਾ ਕੇ ਦੱਸੀਆਂ ਗਈਆਂ ਗੱਲਾਂ ਹਨ। ਅਤੇ ਇਸ ਬਾਰੇ US ਕੋਸਟ ਗਾਰਡ ਦਾ ਕੀ ਕਹਿਣਾ ਹੈ?
ਇਹ ਉਹ ਲੋਕ ਹਨ ਜੋ ਇਸ ਖੇਤਰ ਵਿੱਚ ਬਚਾਅ ਕਾਰਜ ਕਰਦੇ ਹਨ। ਉਹਨਾਂ ਦਾ ਬਿਆਨ ਬਿਲਕੁਲ ਸਾਫ਼ ਹੈ। ਉਹ ਕਹਿੰਦੇ ਹਨ ਕਿ ਉਹਨਾਂ ਨੇ ਜਿੰਨੇ ਵੀ ਹਾਦਸਿਆਂ ਦੀ ਜਾਂਚ ਕੀਤੀ ਹੈ, ਉਹਨਾਂ ਵਿੱਚ ਅਜਿਹਾ ਕੁਝ ਵੀ ਅਸਾਧਾਰਨ ਨਹੀਂ ਮਿਲਿਆ। ਸਭ ਕੁਝ ਭੌਤਿਕ ਕਾਰਨਾਂ ਕਰਕੇ ਹੋਇਆ, ਕਿਸੇ ਰਹੱਸਮਈ ਤਾਕਤ ਕਰਕੇ ਨਹੀਂ। ਚਲੋ ਇੱਕ ਹੋਰ ਮਜ਼ਬੂਤ ਸਬੂਤ ਦੇਖਦੇ ਹਾਂ, ਪੈਸੇ ਦੀ ਭਾਸ਼ਾ। ਦੁਨੀਆ ਦੀ ਸਭ ਤੋਂ ਵੱਡੀ ਸਮੁੰਦਰੀ ਬੀਮਾ ਕੰਪਨੀ ਹੈ ਲॉयड्स ਆਫ ਲੰਡਨ। ਉਹਨਾਂ ਦਾ ਕੰਮ ਹੀ ਜੋਖਿਮ ਦਾ ਹਿਸਾਬ ਲਗਾਉਣਾ ਹੈ। ਜੇ ਜਗ੍ਹਾ ਸੱਚਮੁੱਚ ਖਤਰਨਾਕ ਹੁੰਦੀ ਤਾਂ ਉਹ ਇੱਥੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਾਧੂ ਪ੍ਰੀਮੀਅਮ, ਮਤਲਬ ਵਾਧੂ ਪੈਸੇ ਲੈਂਦੇ, ਪਰ ਉਹ ਅਜਿਹਾ ਕੁਝ ਨਹੀਂ ਕਰਦੇ। ਉਹਨਾਂ ਲਈ ਇਹ ਕੋਈ ਖਾਸ ਖਤਰਨਾਕ ਜਗ੍ਹਾ ਹੈ ਹੀ ਨਹੀਂ। ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਆਓ ਇੱਕ ਕੇਸ ਸਟੱਡੀ ਦੇਖੀਏ, SS ਮਰੀਨ ਸਲਫਰ ਕੁਈਨ ਨਾਂ ਦੇ ਜਹਾਜ਼ ਦੀ। ਇਸ ਨੂੰ ਬਰਮੂਡਾ ਟ੍ਰਾਇਐਂਗਲ ਦੇ ਕਲਾਸਿਕ ਰਹੱਸਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਦੇਖਦੇ ਹਾਂ ਕਿ ਜਾਂਚ ਤੋਂ ਬਾਅਦ ਇਹ ਰਹੱਸ ਕਿਵੇਂ ਹਵਾ ਹੋ ਜਾਂਦਾ ਹੈ। ਤਾਂ ਜਦੋਂ ਕੋਸਟ ਗਾਰਡ ਨੇ ਇਸ ਰਹੱਸਮਈ ਤੌਰ ਤੇ ਗਾਇਬ ਹੋਏ ਜਹਾਜ਼ ਦੀ ਜਾਂਚ ਕੀਤੀ ਤਾਂ ਸੱਚਾਈ ਕੀ ਨਿਕਲੀ? ਸੱਚਾਈ ਇਹ ਸੀ ਕਿ ਜਹਾਜ਼ ਖੁਦ ਇੱਕ ਵੱਡੀ ਸਮੱਸਿਆ ਸੀ। ਉਸ ਨੂੰ ਸਮੁੰਦਰ 'ਚ ਜਾਣਾ ਹੀ ਨਹੀਂ ਚਾਹੀਦਾ ਸੀ। ਉਸ ਦੀ ਬਣਤਰ ਕਮਜ਼ੋਰ ਸੀ, ਪਹਿਲਾਂ ਵੀ ਉਸ 'ਚ ਅੱਗਾਂ ਲੱਗ ਚੁੱਕੀਆਂ ਸਨ ਅਤੇ ਮਾਲਕਾਂ ਨੇ ਉਸ ਦੀ ਜ਼ਰੂਰੀ ਮੁਰੰਮਤ ਵੀ ਨਹੀਂ ਕਰਵਾਈ ਸੀ। ਇੱਥੋਂ ਤੱਕ ਕਿ ਇੱਕ ਕਰਮਚਾਰੀ ਨੇ ਇਸ ਨੂੰ ਇੱਕ ਤੈਰਦਾ ਹੋਇਆ ਕੂੜਾਦਾਨ ਕਿਹਾ ਸੀ। ਤਾਂ ਅਸਲ ਰਹੱਸ ਇਹ ਨਹੀਂ ਕਿ ਜਹਾਜ਼ ਕਿਵੇਂ ਗੁੰਮ ਹੋਇਆ। ਅਸਲ ਰਹੱਸ ਤਾਂ ਇਹ ਹੈ ਕਿ ਅਜਿਹੇ ਖਟਾਰਾ ਜਹਾਜ਼ ਨੂੰ ਸਮੁੰਦਰ ਵਿੱਚ ਜਾਣ ਹੀ ਕਿਉਂ ਦਿੱਤਾ ਗਿਆ। ਤਾਂ ਫਿਰ ਸਾਰੀ ਗੱਲ ਕਿੱਥੇ ਆ ਕੇ ਖੜੀ ਹੁੰਦੀ ਹੈ? ਜੇ ਏਲੀਅਨ ਨਹੀਂ, ਕੋਈ ਦੂਜਾ ਡਾਇਮੈਂਸ਼ਨ ਨਹੀਂ, ਤਾਂ ਫਿਰ ਇਸ ਕਹਾਣੀ ਪਿੱਛੇ ਹੈ ਕੀ? ਚਲੋ ਹੁਣ ਇਸ ਪੂਰੀ ਮਿਥ ਨੂੰ ਤੋੜਦੇ ਹਾਂ ਅਤੇ ਅਸਲ ਕਾਰਨਾਂ ਨੂੰ ਸਮਝਦੇ ਹਾਂ। ਅਸਲ ਵਿੱਚ ਇਸ ਰਹੱਸ ਪਿੱਛੇ ਕੋਈ ਇੱਕ ਨਹੀਂ ਬਲਕਿ ਕਈ ਸਧਾਰਨ ਕਾਰਨ ਹਨ। ਪਹਿਲਾ, ਉੱਚ ਆਵਾਜਾਈ। ਇਹ ਦੁਨੀਆ ਦੇ ਸਭ ਤੋਂ ਵਿਅਸਤ ਰਸਤਿਆਂ ਵਿੱਚੋਂ ਇੱਕ ਹੈ। ਜ਼ਾਹਿਰ ਹੈ, ਜਿੱਥੇ ਜ਼ਿਆਦਾ ਜਹਾਜ਼ ਹੋਣਗੇ ਉੱਥੇ ਹਾਦਸੇ ਵੀ ਜ਼ਿਆਦਾ ਹੋਣਗੇ। ਦੂਜਾ, ਖਰਾਬ ਮੌਸਮ। ਇਹ ਇਲਾਕਾ ਭਿਆਨਕ ਤੂਫਾਨਾਂ ਅਤੇ ਅਚਾਨਕ ਬਦਲਣ ਵਾਲੇ ਮੌਸਮ ਲਈ ਜਾਣਿਆ ਜਾਂਦਾ ਹੈ। ਗਲਫ ਸਟ੍ਰੀਮ ਕਰਕੇ ਮੌਸਮ ਪਲ ਵਿੱਚ ਬਦਲ ਸਕਦਾ ਹੈ। ਤੀਜਾ ਅਤੇ ਸ਼ਾਇਦ ਸਭ ਤੋਂ ਵੱਡਾ ਕਾਰਨ, ਮਨੁੱਖੀ ਗਲਤੀ। ਯਾਦ ਹੈ ਫਲਾਈਟ 19? ਉਸ ਦਾ ਲੀਡਰ ਆਪਣੇ ਖਰਾਬ ਕੰਪਾਸਾਂ ਕਰਕੇ ਰਸਤਾ ਭਟਕ ਗਿਆ ਸੀ। ਔਰ ਆਖਰੀ ਕਾਰਨ, ਲਾਪਰਵਾਹ ਰਿਸਰਚ। ਬਹੁਤ ਸਾਰੇ ਲੇਖਕਾਂ ਨੇ ਬਿਨਾਂ ਜਾਂਚ ਪੜਤਾਲ ਕੀਤੇ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਨੂੰ ਅੱਗੇ ਵਧਾ ਦਿੱਤਾ। ਸੋ ਅੰਤ ਵਿੱਚ ਸਿੱਟਾ ਕੀ ਨਿਕਲਦਾ ਹੈ? ਇੱਕ ਖੋਜਕਰਤਾ ਲਾਰੈਂਸ ਡੇਵਿਡ ਕੁਸ਼ੇ ਨੇ ਇਸ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਹੈ। ਉਸਨੇ ਕਿਹਾ ਕਿ ਬਰਮੂਡਾ ਟ੍ਰਾਇਐਂਗਲ ਇੱਕ ਬਣਾਇਆ ਹੋਇਆ ਰਹੱਸ ਹੈ। ਇਹ ਗਲਤ ਰਿਪੋਰਟਾਂ, ਵਧਾ ਚੜਾ ਕੇ ਪੇਸ਼ ਕੀਤੀਆਂ ਗੱਲਾਂ ਅਤੇ ਅਧਪੱਚਾਦੀ ਖੋਜ ਦਾ ਨਤੀਜਾ ਹੈ। ਇਸ ਵਿੱਚ ਕੋਈ ਅਲੌਕਿਕ ਗੱਲ ਨਹੀਂ ਹੈ। ਅਤੇ ਇਹ ਸਾਰੀ ਗੱਲ ਸਾਨੂੰ ਇੱਕ ਵੱਡੇ ਸਵਾਲ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ। ਜੇ ਦੁਨੀਆ ਦਾ ਸਭ ਤੋਂ ਮਸ਼ਹੂਰ ਰਹੱਸ ਸਿਰਫ ਇੱਕ ਮਿਥ ਨਿਕਲਿਆ, ਤਾਂ ਸੋਚੋ ਹੋਰ ਕਿੰਨੀਆਂ ਅਜਿਹੀਆਂ ਕਹਾਣੀਆਂ ਹੋਣਗੀਆਂ ਜਿਨ੍ਹਾਂ ਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਹਾਂ। ਸ਼ਾਇਦ ਤੱਥ ਕਹਾਣੀਆਂ ਜਿੰਨੇ ਮਜ਼ੇਦਾਰ ਨਾ ਹੋਣ, ਪਰ ਸੱਚਾਈ ਨੂੰ ਸਮਝਣਾ ਹਮੇਸ਼ਾ ਜ਼ਿਆਦਾ ਜ਼ਰੂਰੀ ਹੁੰਦਾ ਹੈ।